खेती कानूनों के खिलाफ जहां दिल्ली में पिछले एक महीने से किसान केंद्र सरकार के खिलाफ रोष प्रदर्शन कर रहे हैं, वहां अब पंजाब के किसान जियो टावर की सप्लाई बंद कर रहे हैं। किसानों का कहना है यदि जियो टावर की सप्लाई बंद होगी तो मोबाइल बंद होंगे और कॉर्पोरेट घरानों की नींदें खुलेंगी। जिसके अंतर्गत नावा ब्लॉक के गांव बिरड़वाल में किसान ने अपने घर में लगी जियो के टावर की सप्लाई बंद कर डाली है और केंद्र सरकार के खिलाफ जमकर नारेबाजी भी की। जिंदाबाद कंबल लाड़ा पाड़ा लगदा मोदी साडा साला लगदा कंबल लाड़ा पाड़ा लगदा मोदी साडा साला लगदा किसान यूनियन जिंदाबाद किसान यूनियन जिंदाबाद यूनियन जिंदाबाद किसान मजदूर एकता जिंदाबाद। क्यों बंद किया की कारण? देखो जी, हुण जिहड़ा किसानी संघर्ष चल रहा एक ਉਹਦਾ ਹੀ ਹਿੱਸਾ। मैं भी एक किसान हाँ, किसान होने के नाते मेरा फर्ज बनता सी कि इहनूं असीं बंद करिए, क्योंकि जियो के जिन्ने भी प्रोडक्ट ने, जियो रिलायंस का जो भी असीं उहदा सारे दा बाईकाट करते हैं जी, ये भी एक जियो का ही हिस्सा, उस करके असीं ने हुण बंद करता जी। बंद नाल किन्ना क फर्क पेगा तुहानूं की लगदा अबानी ग्रुप नूं? देखो जी, फर्क तां पैਣਾ ही पैਣਾ ਜਦੋਂ ਇੱਕ ਕਿਸੇ ਚੀਜ਼ ਦਾ ਵਿਰੋਧ ਹੁੰਦਾ ਤਾਂ ਵਿਰੋਧ ਹੀ ਹੁੰਦਾ। ਜਦੋਂ ਹੁਣ ਕੋਈ ਬੰਦਾ ਕਿਸੇ ਨਾਲ ਰੁੱਸਿਆ ਹੋਇਆ ਜੇ ਉੱਥੇ ਫੇਰ ਫਿਰੀ ਜਾਊਗਾ ਤਾਂ ਉਹਨੂੰ ਰੁੱਸਿਆ ਨਹੀਂ ਮੰਨਦੇ, ਤੇ ਉਹੀ ਚੀਜ਼ ਦਾ ਹਿੱਸਾ ਇਹ ਹੈ ਇੱਕ ਜਦੋਂ ਅਸੀਂ ਇਹਨਾਂ ਨੂੰ ਬੰਦ ਕਰਾਂਗੇ ਤਾਂ ਸਾਡਾ ਵਿਰੋਧ ਹੋਊਗਾ, ਫਰਕ ਪਊਗਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਉਂਕਿ ਜਦੋਂ ਮੋਬਾਈਲ ਦੀ ਜਿਹੜੀ ਇਨਕਮ ਹੈ ਇਹਨਾਂ ਨੂੰ, ਇਹ ਤੇ ਇਕੱਲਾ ਮੋਬਾਈਲ ਨਹੀਂ, ਨੈੱਟ ਚੱਲਦਾ, ਹੋਰ ਵੀ ਕਈ ਹੈ ਨਾ ਚੀਜ਼ਾਂ ਇਹਦੇ ਨਾਲ, ਡਿਸ ਵਗੈਰਾ ਚੱਲਦੀ ਆ। ਜਦੋਂ ਟਾਵਰ ਬੰਦ ਹੋਣਗੇ ਤਾਂ ਉਹ ਚੀਜ਼ਾਂ ਵੀ ਬੰਦ ਹੋਣਗੀਆਂ। फर्क तो पैना एक अपने हल्के च काफ़ी ने, फिर उन्होंने भी बंद करोगे? बिल्कुल जी, साडे प्रधान जी खड़े ने, होर जथेबंदी है, साडे सारे भाईचारा साडे नाल आ। जिवें रोटी छन्ना वाला अगे सप्लाई दे रहे भोजो माजरी नूं, फिर राजगढ़ नूं। जदों असीं मेन टावर ने सानूं सारा असीं इन्हां दा पता कर लिया कि मेन टावर किहड़े ने। जदों मेन एक टावर बंद हो गया तो 10 टावरां दी अगे सप्लाई बंद हो जूगी जी। हुण असीं रोटी छन्ना बंद करांगे, जाके बिड़वाल बंद करते। ਅੱਗੇ ਹੀ ਸਾਡਾ ਰਿਲਾਇੰਸ ਦਾ ਆਪਣੇ ਪਹਿਲਾਂ ਬੰਦ ਕਰਾ ਰੱਖਿਆ ਜੀ ਸਟੋਰ, ਤੇ ਰਿਲਾਇੰਸ ਦਾ ਪੂਰਾ ਪੈਟਰੋਲ ਪੰਪ ਜੀ, ਤੇ ਜਿੰਨੇ ਵੀ ਇਹਨਾਂ ਦੇ ਪ੍ਰੋਡਕਟ ਨੇ ਰਿਲਾਇੰਸ ਦੇ ਔਰ ਆਪਣਾ ਅਬਾਨੀ ਡਿਵਾਨੀ ਦਾ ਕੋਈ ਮਰਜ਼ੀ ਆ ਜੀ, ਉਹ ਸਾਰੇ ਬੰਦ ਕਰਾਵਾਂਗੇ ਜੀ। ਜੀ ਉਹਦਾ ਟਾਵਰ ਜੀ ਪਹਿਲਾਂ ਪਿੰਡ ਹੁਣ ਬਿੜਵਾਲ ਬੰਦ ਕਰਿਆ ਜੀ, ਰੋਟੀ ਛੰਨਾ ਬੰਦ ਕਰਾਂਗੇ ਜੀ, ਫਿਰ ਮਾਜਰੀ ਆਪਣਾ ਨਾਲ ਲੱਗਦਾ ਰਾਜਗੜ੍ਹ ਜੀ, ਇਹ ਸਾਰੇ ਟਾਵਰ ਬੰਦ ਕਰੇ ਜਾਣਗੇ। ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਸੰਘਰਸ਼ ਤੇਜ਼ ਵੀ ਹੁੰਦਾ ਜਾ ਰਿਹਾ, ਪਰ ਕੇਂਦਰ ਸਰਕਾਰ ਜਾ ਕਿਉਂ ਨਹੀਂ ਰਹੀ? ਕੇਂਦਰ ਸਰਕਾਰ ਜੀ ਹਜੇ ਇਹਨੂੰ ਆਪਣੀ ਜਿਹੜੀ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ ਜੀ, ਵੀ ਮੈਨੇ ਅੱਜ ਤੱਕ ਕੋਈ ਜਿਹੜੇ ਵੀ ਆਪਣੇ ਲਾਗੂ ਕਰੇ ਨੇ ਇਹ ਤੇ ਵਾਪਸ ਨਹੀਂ ਲੱਤੇ ਗਏ ਕਾਨੂੰਨ, ਇਸ ਕਰਕੇ ਉਹ ਬੇਇੱਜ਼ਤੀ ਮੰਨ ਰਿਹਾ ਜੀ। ਕਿਉਂ? ਅਗਰ ਬੰਦੇ ਦੇ ਆਪਦੇ ਹੱਥ ਡੋਰ ਹੁੰਦੀ ਫਿਰ ਉਹ ਕਰ ਸਕਦਾ ਸੀ। ਇਹ ਤਾਂ ਅਬਾਨੀਆਂ ਡਵਾਨੇ ਸਿਰ 'ਤੇ ਬੈਠਾ ਜੀ, ਇਹਦੇ ਹੱਥ ਡੋਰ ਨਹੀਂ ਹੈਗੀ ਜੀ, ਇਸ ਕਰਕੇ ਇਹ ਕਾਨੂੰਨ ਹੌਲੀ ਹੌਲੀ ਵਾਪਸ ਆਉਣਗੇ। ਇਹ ਕਿਤਾਬ ਵੀ ਕੱਢੀ ਆ ਮੋਦੀ ਨੇ ਵੀ, ਇਹ ਕਿਸਾਨ ਪੜ੍ਹਨਾ ਪਤਾ ਲੱਗ ਜੂਗਾ, ਤੁਹਾਨੂੰ ਕੀ ਲੱਗਦਾ ਕੀ ਲਿਖਿਆ ਹੋਇਆ ਇਹ ਕਿਤਾਬ 'ਚ? ਉਹ ਅਨਪੜ੍ਹ ਬੰਦਾ ਜੀ, ਉਹ ਸਾਨੂੰ ਅਨਪੜ੍ਹ ਕਹੀ ਜਾਂਦਾ। ਇਹ ਕਾਨੂੰਨ ਅਗਰ ਸਾਡੇ ਜਥੇਬੰਦੀਆਂ ਨੇ ਪਹਿਲਾਂ ਉੱਤਾ ਚੱਕਿਆ ਦੀ, ਅਗਰ ਉਹਨਾਂ ਨੇ ਕੋਈ ਸੋਚ ਸਮਝ ਕੇ ਚੱਕਿਆ ਦੀ, ਅਗਰ ਉਹਦੇ ਵਿੱਚ ਕਮੀਆਂ ਦੇ ਤਾਂ ਚੱਕਿਆ ਦੀ। ਪਹਿਲਾਂ ਤਾਂ ਇਕੱਲਾ ਪੰਜਾਬ ਦੇ ਧਰਨੇ ਚੱਲੇ ਜੀ, ਫਿਰ ਜਾਂਦੇ ਜਾਂਦੇ ਹਰਿਆਣਾ ਮਿਲ ਗਿਆ ਜੀ, ਯੂਪੀ ਮਿਲ ਗਿਆ। ਹੁਣ ਉਹ ਪੰਜਾਬ ਅਤੇ ਹਰਿਆਣੇ ਨੂੰ ਕਹਿੰਦੇ ਨੇ ਛੋਟੀਆਂ ਮੰਗਾਂ ਮੰਨ ਲੈਂਦੇ ਆ, ਪਰ ਹੁਣ ਬਾਕੀ ਸੂਬੇ ਨਾਲ ਜੁੜ ਗਏ, ਫਿਰ ਸਾਰਿਆਂ ਦਾ ਹੱਲ ਕਰਕੇ ਮੁੜਾਂਗੇ ਜੀ। ਮੇਰਾ ਨਾਮ ਜੀ ਦਲਜੀਤ ਸਿੰਘ ਹੈ, ਅਤੇ ਮੈਂ ਮਿਸਤਰੀ ਬਰਾਦਰੀ ਨੂੰ ਬਿਲੋਂਗ ਕਰਦਾ ਜੀ, ਅਤੇ ਮੇਰੀ ਆਟਾ ਚੱਕੀ ਲਾਈ ਹੋਈ ਹੈ ਜੀ। ਅਤੇ ਮੇਰੀ ਤਾਂ ਇਹੀ ਬੇਨਤੀ ਹੈ ਮੋਦੀ ਨੂੰ ਵੀ ਇਹ ਕਾਨੂੰਨਾਂ ਨੂੰ ਵਾਪਸ ਲੈ ਲੈ। ਜੇ ਇਹ ਕਾਨੂੰਨ ਇਹ ਵਾਪਸ ਨਹੀਂ ਲੈਂਦਾ, ਕਿਸਾਨ ਕੋਲ ਅਨਾਜ ਨਹੀਂ ਰਹੂਗਾ, ਸਾਡੇ ਵਰਗਿਆਂ ਦਾ ਰੁਜ਼ਗਾਰ ਕਿੱਥੋਂ ਚੱਲੂਗਾ? ਮੋਦੀ ਨੂੰ ਇੰਨੀ ਕੁ ਸ਼ਰਮ ਆਉਣੀ ਚਾਹੀਦੀ ਹੈ ਵੀ ਉਹ ਮਦਾਰੀ ਜਿਵੇਂ ਡਮਰੂ ਵਜਾਉਂਦਾ ਨਾ, ਉਵੇਂ ਹੀ ਨੱਚਦਾ, ਉਹ ਉਵੇਂ ਅਬਾਨੀ ਅਡਾਨੀ ਉਹਨੂੰ ਨਚਾਈ ਜਾ ਰਹੇ ਨੇ। ਉਹਨੂੰ ਆਪ ਨਾ ਤਾਂ ਉਹ ਪੜ੍ਹਿਆ ਹੋਇਆ, ਨਾ ਉਹਨੂੰ ਅਕਲ ਹੈ। ਜੇ ਅਕਲ ਹੁੰਦੀ ਮਾੜਾ ਮੋਟਾ ਉਹ ਲੰਬੀ ਸੋਚਦਾ ਵੀ ਕਿਸਾਨ ਹੈ ਜਿਹੜੇ ਰੀੜ੍ਹ ਦੀ ਹੱਡੀ ਆ ਦੇਸ਼ ਦੀ। ਕਰੋਨਾ ਕਾਲ ਦੇ ਵਿੱਚ ਇਕੱਲੀ ਕਿਸਾਨੀ ਨੇ ਆਮਦਨ ਦਿੱਤੀ ਹੈ, ਬਾਕੀ ਤਾਂ ਸਾਰਾ ਕੁਝ ਡੁੱਬ ਗਿਆ ਸੀਗਾ। ਉਹਨੂੰ ਇੰਨੀ ਕੁ ਬੇਨਤੀ ਕਰਦੇ ਵੀ ਕੁਛ ਸ਼ਰਮ ਨੂੰ ਹੱਥ ਮਾਰ, ਵੀ ਜਿਹੜਾ ਤੇਰਾ ਗੇਰ ਅਬਾਨੀ ਅਡਾਨੀਆਂ ਦੇ ਹੱਥ 'ਚ ਹੈ ਉਹਨੂੰ ਕੱਢ ਦੇ, ਧੌਣ ਦਾ ਕਿੱਲਾ ਤੇਰਾ ਜੱਟ ਕੱਢ ਕੇ ਹਟਣਗੇ, ਇਹ ਤੂੰ सोच ली। पंजाब के किसान की तरफ से खेती कानूनों को लेकर जहां आर पार की लड़ाई लड़ी जा रही है, अब किसान कॉरपोरेट घरानों की तरफ से लगाए गए जियो कंपनी के टावरों को बंद कराने के लिए एड़ी चोटी का जोर लगा रहे हैं, क्योंकि यदि जियो कंपनी के कनेक्शन बंद होते हैं तो कॉरपोरेट घरानों के लाखों रुपए का नुकसान होगा। जिसके अंतर्गत नावा ब्लॉक के गांव बिरड़वाल में अमरजीत किसान की तरफ से अपने घर में लगाए जियो टावर का कनेक्शन बंद करके ताला लगा दिया और केंद्र सरकार के खिलाफ किसानों की तरफ से नारेबाजी भी की गई। उन्होंने कहा है कि यह टावर के कारण ही मुझे इनकम आ रही थी,
परंतु किसानी संघर्ष को देखते हुए मैं इस तरह की इनकम और अपनी कोई हक नहीं समझता। इसके लिए मैं खुद आज ताला लगाकर चाबियां किसान यूनियन प्रधान को सौंप रहा हूं और हम और भी गांव में जियो की सप्लाई बंद कर देंगे। किसान नेताओं ने कहा कि हम 1 महीने से अधिक का समय हो गया है, परंतु केंद्र सरकार के कान पर जू नहीं सरकी, परंतु हम ये बिल वापस करा कर ही हटेंगे। इस मौके पर आटा चक्की के मालिक ने कहा कि हम सभी वर्ग के लोगों के किसानों के साथ हैं, क्योंकि यदि किसानों की जमीन नहीं बचेगी तो हम आम लोग भी नहीं बच पाएंगे। इसीलिए हम किसानों के साथ कंधे से कंधा लगाकर खड़े हैं और मोदी सरकार के खिलाफ हम डट कर मुकाबला करेंगे। नाभा पटियाला से रिपोर्टर अमरदीप आहूजा की रिपोर्ट, TV1 इंडिया न्यूज। धुरी में सिकंदर सिंह मलूका, पूर्व मंत्री पंजाब सरकार और अध्यक्ष कबड्डी एसोसिएशन पंजाब, स्थानीय विक्टोरिया रेस्टोरेंट में पहुंचे और उन्होंने एक प्रेस कॉन्फ्रेंस की। उन्होंने कहा कि श्रोमणी अकाली दल कबड्डी प्रतियोगिता आरंभ कर रहा है, इसलिए उन्होंने पंजाब सरकार से मांग करते हुए कहा कि पंजाब सरकार हर एक जिले में कबड्डी टूर्नामेंट करवाएं। उन्होंने कहा कि नेशनल कबड्डी प्रतियोगिता में हरियाणा प्रदेश से हमारी पंजाब की कबड्डी टीम काफी पीछे है। उन्होंने पंजाब सरकार से मांग करते हुए कहा कि नेशनल कबड्डी को प्रफुल्लित करने के लिए प्लास्टिक मैट गांव के क्लबों को दे, ताकि खिलाड़ी नेशनल कबड्डी का अभ्यास कर सके। कबड्डी एसोसिएशन के थ्रू ਤੁਸੀਂ ਧੂਰੀ ਪਹੁੰਚੇ ਸਰ, ਇਹਦਾ ਮੁੱਖ ਏਜੰਡਾ ਕੀ ਹੈ ਸਰ? ਅੱਜ ਸਾਡੀ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਸੀ ਜਨਰਲ ਬਾਡੀ ਦੀ, ਉਹ ਇੱਥੇ ਅਸੀਂ ਧੂਰੀ ਦੇ ਵਿੱਚ ਕੀਤੀ ਹੈ। ਇਹਦੇ 'ਚ ਏਜੰਡਾ ਕਿ ਜਿਹੜੀ ਕਬੱਡੀ ਹੈ, ਚਾਹੇ ਉਹ ਸਰਕਲ ਸਟਾਈਲ ਹੈ, ਚਾਹੇ ਨੈਸ਼ਨਲ ਸਟਾਈਲ ਹੈ, ਚਾਹੇ ਲੜਕੇ ਹੈ, ਚਾਹੇ ਲੜਕੀਆਂ ਨੇ, ਉਹਨਾਂ ਨੂੰ ਕਿਵੇਂ ਪੰਜਾਬ ਦੀਆਂ ਟੀਮਾਂ ਨੂੰ ਤਕੜਾ ਕੀਤਾ ਜਾਵੇ, ਉਹਦੇ 'ਚ ਸਾਰਿਆਂ ਦੇ ਸੁਝਾਅ, ਫਿਰ ਟੂਰਨਾਮੈਂਟ ਕਿਵੇਂ ਕਰਾਉਣੇ ਆ, ਕਿੱਥੇ ਕਰਾਉਣੇ ਆ, ਉਹ ਸਾਰੇ ਫੈਸਲੇ। ਫਿਰ ਅਸੀਂ ਸਾਡੀ ਮੀਟਿੰਗ ਹੈ ਕਿ ਦਿੱਲੀ 9 ਤਰੀਕ ਦੀ ਜਿਹੜੀ ਨੈਸ਼ਨਲ ਫੈਡਰੇਸ਼ਨ ਆ ਉਹਦੇ ਨਾਲ, ਉਹਦੇ 'ਚ ਵੀ ਸਾਨੂੰ ਜਿਹੜੀਆਂ ਪੰਜਾਬ ਨੂੰ ਮੈਚ ਉਹ ਕਿਹੜੇ ਦੇਣਗੇ ਕਬੱਡੀ ਦੇ, ਉੱਥੋਂ ਮਿਲਦੇ ਆ ਸਾਨੂੰ ਵੀ ਤੁਸੀਂ ਕਰਾ ਲਓ। ਸਾਰੇ ਹਿੰਦੁਸਤਾਨ ਦੇ ਮੈਚ ਹੋਣਗੇ ਉਹ ਕਬੱਡੀ ਦੇ। ਸਾਰਿਆਂ ਦੀ ਰਾਏ ਵੀ ਸਰਕਲ ਸਟਾਈਲ ਦੀ ਜਿਹੜੀ ਕਬੱਡੀ ਆ ਉਹ ਪੰਜਾਬ 'ਚ ਕਰਾਈ ਜਾਵੇ ਸਾਰੇ ਦੇਸ਼ ਦੀ। ਸੋ ਇਹਨਾਂ ਸਾਰੇ ਤੇ ਕਬੱਡੀ ਦਾ ਖਾਸ ਕਰਕੇ ਜਿਹੜਾ ਇਹਨੂੰ ਕਿਵੇਂ ਤਕੜਾ ਕਰਨਾ ਹੈ, ਕਿਵੇਂ ਨੈਸ਼ਨਲ ਥੋੜੀ ਜਿਹੀ ਆਪਣੀ ਕਮਜ਼ੋਰ ਆ ਹਰਿਆਣੇ ਦੇ ਮੁਕਾਬਲੇ, ਉਹਨੂੰ ਕਿਵੇਂ ਤਕੜਾ ਕਰਨਾ, ਉਹ ਸਾਰਿਆਂ ਦਾ ਜ਼ਿੰਮੇਵਾਰੀ ਲਾਈ ਹੈ। ਟੂਰਨਾਮੈਂਟ ਕਰਾਉਣ ਦੀ ਜ਼ਿੰਮੇਵਾਰੀ ਲਾਈ ਹੈ ਵੀ ਸਾਰੇ ਜ਼ਿਲ੍ਹੇ ਟੂਰਨਾਮੈਂਟ ਕਰਾਓ ਸਾਰੇ ਪੰਜਾਬ ਦੇ, ਤੇ ਨਾਲ ਜਿਹੜੀ ਨੈਸ਼ਨਲ ਹੈ ਉਹਨੂੰ ਵੀ ਸ਼ੁਰੂ ਕਰੀਏ। ਉਹ ਥੋੜੀ ਜਿਹੀ ਸਾਡੀ ਹਰਿਆਣੇ ਨੂੰ ਅਸੀਂ ਪਿੱਛੇ ਆ, ਉਹਨੂੰ ਵੀ ਤਕੜੀ ਕਰੀਏ, ਕਿਉਂਕਿ ਨੈਸ਼ਨਲ ਦੀ ਇਸ ਵੇਲੇ ਕਾਫੀ ਉਹ ਦੂਜਾ ਕਰਾਉਂਦੇ ਕਰਕੇ ਜਿਹੜਾ ਮੈਚ ਜੇ ਕਰਾਉਂਦੇ ਹੁੰਦੇ ਆ ਉੱਥੇ ਲੀਗ, ਉਹਦੇ ਕਰਕੇ ਕਾਫੀ ਉਹਨਾਂ ਨੂੰ ਫਾਇਦਾ ਹੋਇਆ ਸਾਡੇ ਨੈਸ਼ਨਲ ਦੇ ਮੁੰਡਿਆਂ ਨੂੰ। ਸੋ ਅਸੀਂ ਵੀ ਚਾਹੁੰਦੇ ਹਾਂ ਕਿ ਨੈਸ਼ਨਲ ਦੇ ਪੰਜਾਬ ਦੇ ਬੱਚੇ ਵੀ ਕਾਫੀ ਉੱਧਰ ਜਾਣ, ਉਹਦੇ ਵੱਲ ਵੀ ਅਸੀਂ ਕਾਫੀ ਹੁਣ ਆਉਣ ਵਾਲੇ ਸਮੇਂ 'ਚ ਧਿਆਨ ਦੇ ਰਹੇ ਹਾਂ। ਸੋ ਇਹ ਸਾਡਾ ਜ਼ਮੀਨ ਦਾ ਏਜੰਡਾ ਤਾਂ ਕਬੱਡੀ ਨੂੰ ਤਕੜਾ ਕਰਨਾ। ਕੋਈ ਪ੍ਰੋਬਲਮਾਂ ਨੇ ਜਿੱਥੇ ਕੋਈ ਕਬੱਡੀ ਦੀਆਂ ਜਿਵੇਂ ਮੈਟ ਹੈ ਨਹੀਂਗੇ, ਉਹ ਅਸੀਂ ਬੇਨਤੀ ਕਰਨੀ ਹੈ ਕਿ ਮੈਟ ਘੱਟੋ ਘੱਟ ਜਿਹੜੀ ਨੈਸ਼ਨਲ ਮੈਟਾਂ 'ਤੇ ਖੇਡੀ ਜਾਂਦੀ ਹੈ ਹੁਣ, ਵੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਵੇ ਘੱਟੋ ਘੱਟ ਇੱਕ ਜ਼ਿਲ੍ਹੇ 'ਚ ਇੱਕ ਤਾਂ ਸੈੱਟ ਮੈਟਾਂ ਦਾ ਹੋਵੇ ਜਿੱਥੇ ਟੂਰਨਾਮੈਂਟ ਕਰਾਉਣੇ ਅਸੀਂ। ਉਹਦੇ ਬਾਰੇ ਵੀ ਅਸੀਂ ਡਾਇਰੈਕਟਰ ਸਪੋਰਟਸ ਨੂੰ ਮਿਲੇ ਸੀ, ਉਹਨਾਂ ਨੇ ਮੈਟਾਂ ਦਾ ਆਰਡਰ ਦੇ ਦਿੱਤਾ ਖਰੀਦਣ ਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਚਾਇਤ ਮੰਤਰੀ ਨੂੰ ਮਿਲ ਕੇ ਕਿ ਉਹ ਪਿੰਡਾਂ ਨੂੰ ਅਲਾਓ ਕਰ ਦੇਣ, ਪੰਚਾਇਤਾਂ ਨੂੰ, ਕਿ 3 ਲੱਖ ਦਾ ਮੈਟ ਹੁੰਦਾ ਕਿ ਜਿਨ੍ਹਾਂ ਪੰਚਾਇਤਾਂ ਕੋਲ ਪੈਸੇ ਹੈਗੇ ਉਹ ਖਰੀਦ ਲੈਣ, ਤਾਂ ਕਿ ਨੈਸ਼ਨਲ ਆ ਜਿਹੜੀ ਸਾਡੀ ਜਿਹੜੀ ਇਸ ਵੇਲੇ ਗੇਮ ਬਹੁਤ ਅਹਿਮ ਬਣ ਚੁੱਕੀ ਆ, ਉਹ ਵੀ ਤਕੜੀ ਹੋ ਸਕੇ। ਸਰ ਜਿਹੜਾ ਇੱਕ ਕੁਐਸਚਨ ਜਿਹੜਾ ਕੇਂਦਰ ਸਰਕਾਰ ਜਿਹੜੇ ਉਹਨੇ ਇੱਕ ਫੈਸਲਾ ਲਿਆ ਸੀ ਜਿਹੜਾ ਕਿਸਾਨਾਂ ਲਈ, ਉਹ ਕਿਸਾਨ ਆਪਣੇ ਜਿਹੜੇ ਹੈਗੇ ਨੇ ਹੁਣ ਦਿੱਲੀ ਬਾਰਡਰ ਉੱਪਰ ਬੈਠੇ ਨੇ, ਉਸ ਨੂੰ ਲੈ ਕੇ ਬੀਜੇਪੀ ਨੂੰ ਤੁਸੀਂ ਕਿਸ ਤਰ੍ਹਾਂ ਸੁਨੇਹਾ ਦਿਓਗੇ? ਨਹੀਂ ਦੇਖੋ, ਅਸੀਂ ਤਾਂ ਸਾਰੇ ਇੱਕੋ ਗੱਲ ਤੇ ਆ ਕਿ ਭਾਰਤੀ ਜਨਤਾ ਦੀ ਜਿਹੜੀ ਗਵਰਨਮੈਂਟ ਹੈ ਦਿੱਲੀ ਮੋਦੀ ਸਾਹਿਬ ਦੀ, ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਮੰਗ ਹੈ ਜਿਹੜੀ ਉਹ ਮੰਨ ਲੈਣੀ ਚਾਹੀਦੀ ਹੈ। 2 ਮਹੀਨੇ ਇੱਥੇ ਬੈਠੇ ਰਹੇ ਕਿਸਾਨ, ਹੁਣ ਮਹੀਨੇ ਦਾ ਦਿੱਲੀ ਬੈਠੇ ਨੇ ਬਾਰਡਰ ਤੇ। ਬੜਾ ਮੌਸਮ ਖਰਾਬ ਹੈ, ਠੰਡ ਦੀ ਰੁੱਤ ਹੈ, 40 ਬੰਦੇ ਇਸ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕਰ ਗਏ ਇਸ ਮੋਰਚੇ ਦੇ ਵਿੱਚ, ਤੇ ਬਜ਼ੁਰਗ ਮਾਂਝਾਂ ਬੈਠੀਆਂ, ਬੱਚੇ ਬੈਠੇ ਆ। ਤਰਸ ਕਰਨਾ ਚਾਹੀਦਾ ਸੈਂਟਰ ਦੀ ਗਵਰਨਮੈਂਟ ਨੂੰ ਉਹਨਾਂ ਦੇ ਉੱਤੇ। ਜਿਹੜੀ ਮੰਗ ਹੈ ਪੰਜਾਬ ਦੇ ਕਿਸਾਨਾਂ ਦੀ, ਹਰਿਆਣੇ ਦੇ ਕਿਸਾਨਾਂ ਦੀ, ਹੁਣ ਤਾਂ ਥੋੜਾ ਸਾਰੇ ਦੇਸ਼ ਦੀ ਚੱਲ ਪਿਆ, ਸੋ ਉਹਨਾਂ ਦੀ ਮੰਗ ਮੰਨ ਕੇ ਜਿਹੜੇ ਕਾਨੂੰਨ ਆ ਤਿੰਨੇ ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। उन्होंने कहा कि श्रोमणी अकाली दल बादल और पंजाब कबड्डी एसोसिएशन दिल्ली में चल रहे किसानों के केंद्र सरकार द्वारा लाया गया किसान विरोधी ऑर्डिनेंस बिल रद्द करने की मांग करती है और किसानों के संघर्ष की पूरी हिमायत करती है और कृषकों का समर्थन करती है।
उन्होंने प्रधानमंत्री नरेंद्र मोदी से अपील करते हुए कहा कि किसानों पर थोपे गए तीनों बिलों को रद्द करें। उन्होंने पंजाब सरकार के मुख्यमंत्री कैप्टन अमरिंदर सिंह से अपील करते हुए कहा कि नगर काउंसिल के चुनाव किसानों के संघर्ष खत्म होने पर ही करवाएं। धुरी पंजाब से नरेश अत्री और सुरेंद्र गर्ग की टीम, TV1 इंडिया न्यूज। धुरी शहर में दलवीर सिंह गोल्डी विधायक धुरी द्वारा करवाए जा रहे विकास कार्यों की लड़ी में आज शहर के अलग अलग वार्डों में जैसे गुरु नानकपुरा मोहल्ला में इंटरलॉक टाइलों से बनने वाली 2 गलियां और एक सड़क का रिबन काटकर उद्घाटन किया गया। वेरी गुड वेरी गुड वेरी गुड वेरी गुड। मांग रहे खड़े हो? कोई नहीं एमसी ਦਾ ਕੀ ਹੋ ਯਾਰ ਸਰ? ਐਮਐਲਏ ਸਾਹਿਬ ਉਦਘਾਟਨ ਕੀਤੇ ਗਏ ਨੇ, ਕੀ ਕਹਿਣਾ ਚਾਹੋਗੇ ਜੀ? ਹਾਂਜੀ, ਸਭ ਤੋਂ ਪਹਿਲਾਂ ਅੱਜ ਅਸੀਂ ਜਿਹੜਾ ਉਦਘਾਟਨ ਕਰਿਆ ਉਹ ਗੁਰੂ ਨਾਨਕਪੁਰੇ ਮਹੱਲੇ ਦੇ ਵਿੱਚ ਕਰਿਆ। ਉੱਥੇ 2 ਗਲੀਆਂ ਰਹਿੰਦੀਆਂ ਸੀਗੀਆਂ, ਉਹਨਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਅੱਜ ਅਸੀਂ ਇਸ ਜਗ੍ਹਾ ਤੇ ਖੜੇ ਆ, ਇਹ ਤੁਸੀਂ ਮਹਾਵੀਰ ਮੰਦਿਰ ਸਾਡਾ ਏਰੀਆ ਵੱਜਦਾ। ਇਹ ਸ਼ਹਿਰ ਦੇ ਵਿੱਚੋਂ ਰਜਵਾਹਾ ਨਿਕਲਦਾ। ਇਹ ਪੁਰਾਣੀ ਆਪਣੀ ਅਨਾਜ ਮੰਡੀ ਤੋਂ ਲੈ ਕੇ ਮਲੇਰਕੋਟਲਾ ਬਾਈਪਾਸ ਤੱਕ ਟਰੱਕ ਯੂਨੀਅਨ ਤੱਕ, ਯਾਨੀ ਕਿ ਇਹ ਰਜਵਾਹਾ ਸ਼ਹਿਰ ਦੇ ਵਿੱਚੋਂ ਨਿਕਲਦਾ। ਤਾਂ ਇਹਦਾ ਸਾਡਾ ਡ੍ਰੀਮ ਪ੍ਰੋਜੈਕਟ ਸੀਗਾ ਜੀ ਇਹ, ਵੀ ਇਹਦੇ ਉੱਪਰ ਸੈਰਗਾਹ ਬਣਨੀ ਚਾਹੀਦੀ ਆ। ਇਹ ਜਿਹੜੀ ਸੜਕ ਪਹਿਲਾਂ ਅਸੀਂ ਬਣਵਾ ਚੁੱਕੇ ਹਾਂ ਤੇ ਇਹਦੇ ਨਾਲ ਹੁਣ ਇੰਟਰਲੌਕ ਲਾ ਕੇ ਰਸਤਾ ਚੌੜਾ ਹੋ ਜਾਊਗਾ ਤੇ ਜਿਹੜਾ ਇਹ ਸੂਏ ਵਾਲਾ ਪਾਸਾ, ਇਹਦੇ ਤੇ 2-2 2.5 ਫੁੱਟ ਜਿਹੜੀ ਦੀਵਾਰ ਨਿਕਲ ਕੇ ਉਹਦੇ ਉੱਪਰ ਜਾਲੀ ਲੱਗ ਜੂਗੀ ਤੇ ਜਾਨੀ ਕਿ ਲਾਈਟਾਂ ਲੱਗ ਜਾਣਗੀਆਂ, ਟੇਬਲ ਲੱਗ ਜਾਣਗੇ। ਇਹਨੂੰ ਬੜੇ ਵਧੀਆ ਤਰੀਕੇ ਨਾਲ ਸੈਰਗਾਹ, ਕਿਉਂਕਿ ਸਾਡਾ ਸ਼ਹਿਰ ਤਕਰੀਬਨ ਇਹਦੇ ਉੱਪਰ ਹੀ ਸੈਰ ਕਰਦਾ ਤੇ ਬਹੁਤ ਵਧੀਆ ਦੋਨੇ ਪਾਸਿਆਂ ਤੋਂ, ਸੂਏ ਦੇ ਦੋਨੇ ਸਾਈਡਾਂ ਤੋਂ ਇਹ ਜਿਹੜੀ ਸੈਰਗਾਹ ਬਣਨੀ ਆ। ਇਸ ਤੋਂ ਪਹਿਲੇ ਪੜਾਅ ਦੇ ਵਿੱਚ ਮੈਂ ਤਕਰੀਬਨ 49 ਲੱਖ ਰੁਪਏ ਦਾ ਜਿਹੜਾ ਉਧਰ ਉਦਘਾਟਨ ਕਰ ਚੁੱਕਿਆ ਸੀਗਾ। ਜਿਹੜਾ ਇੱਧਰਲਾ ਇਹ ਸਾਡਾ ਉਰੋਂ ਤੋਂ ਲੈ ਕੇ ਮਹਾਵੀਰ ਮੰਦਿਰ ਤੋਂ ਲੈ ਕੇ ਫਾਟਕਾਂ ਵਾਲੇ ਜਿਹੜਾ ਆਪਣਾ ਪੁਲ ਆ ਉਹਦੇ ਤੱਕ ਦਾ ਜਿਹੜਾ ਕੰਮ ਆ, ਇਹ 35,78,000 ਰੁਪਏ ਦਾ ਜਿਹੜਾ ਕੰਮ ਆ, ਅੱਜ ਅਸੀਂ ਉਹਦੀ ਸ਼ੁਰੂਆਤ ਕਰ ਰਹੇ ਹਾਂ। ਤੇ ਇਹੀ ਅਰਦਾਸ ਆ ਜੀ, ਇਹੀ ਬੇਨਤੀ ਆ ਸਾਰੇ ਸਾਡੇ ਭਰਾਵਾਂ ਨੂੰ, ਸ਼ਹਿਰ ਵਾਲਿਆਂ ਨੂੰ, ਵੀ ਵਧੀਆ ਤਰੀਕੇ ਨਾਲ ਆਪਾਂ ਸਾਰੇ ਲੱਗੇ ਹੋਏ ਆ, ਕੰਮ ਕਰ ਰਹੇ ਆ ਆਪਾਂ। ਕਿਉਂਕਿ ਇੱਕ ਮੇਰਾ ਨਾਅਰਾ ਸੀਗਾ ਵੀ ਲਗਾ ਦਿਓ ਹੁਣ ਤਾਕਤ ਪੂਰੀ ਵਿੱਚ ਪੰਜਾਬ ਚਮਕਾਉਣਾ ਧੂਰੀ, ਉਹੀ ਪ੍ਰੋਗਰਾਮ ਦੇ ਅਧੀਨ ਅਸੀਂ ਇਹ ਸਾਰਾ ਜਿਹੜਾ ਵਿਕਾਸ ਕਰਵਾ ਰਹੇ ਹਾਂ। ਪੂਰੇ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵੀ ਏਰੀਏ 'ਚ ਜਾ ਕੇ ਇਹ ਚੈੱਕ ਕਰ ਸਕਦੇ ਹੋ। ਹਰ ਇੱਕ ਮੁਹੱਲੇ ਦੇ ਵਿੱਚ, ਹਰ ਇੱਕ ਵਾਰਡ ਦੇ ਵਿੱਚ ਕੰਮ ਹੋ ਰਹੇ ਨੇ, ਨਿਰੰਤਰ ਕੰਮ ਹੋ ਰਹੇ ਨੇ। ਪਹਿਲਾਂ ਕੀ ਸੀਗਾ, 97 ਤੋਂ ਪਹਿਲਾਂ ਸਾਡਾ ਜਿਹੜੇ ਬਾਅਦ 'ਚ ਜਿੰਨੇ ਵੀ ਲੀਡਰ ਆਏ ਉਹ ਤਕਰੀਬਨ ਆਉਂਦੇ ਸੀਗੇ, ਫਿਰ ਉਹ ਚਲੇ ਜਾਂਦੇ ਸੀ, ਕਿਉਂਕਿ ਉਹਨਾਂ ਦੇ ਹਲਕੇ ਜਿਹੜੇ ਹੋਰ ਹੁੰਦੇ ਸੀ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧਿਤ ਆ ਜਾਂ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਆ। ਤਾਂ ਮੈਨੂੰ ਸਾਡੇ ਸ਼ਹਿਰ ਵਾਲਿਆਂ ਨੇ, ਸਾਡੇ ਇਲਾਕਾ ਨਿਵਾਸੀਆਂ ਨੇ ਇਸੇ ਕਰਕੇ ਜਿਤਾਇਆ ਸੀ ਕਾਮ ਪਰਿਵਾਰ ਦੇ ਮੁੰਡੇ ਨੂੰ, ਵੀ ਇਹ ਜਿਹੜਾ ਇੱਥੇ ਲੋਕਲ ਰਹਿ ਕੇ ਜਿਹੜਾ ਇਹ ਕੰਮ ਕਰੂਗਾ। ਤੇ ਮੈਨੂੰ ਉਹਨਾਂ ਦੇ ਆਸ਼ੀਰਵਾਦ ਸਦਕਾ ਮੈਂ ਵਧੀਆ ਤਰੀਕੇ ਨਾਲ ਲੱਗਿਆ ਹੋਇਆ ਤੇ ਅੱਜ ਤਕਰੀਬਨ ਧੂਰੀ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਹੈਗਾ ਜਿੱਥੇ ਅਸੀਂ ਕੰਮ ਤੋਂ ਕੋਈ ਏਰੀਆ ਵਾਂਝਾ। ਤੇ ਇਸ ਤੋਂ ਬਾਅਦ ਵੀ ਇਨ ਫਿਊਚਰ ਵੀ, ਯਾਨੀ ਕਿ ਧੂਰੀ ਨੂੰ ਇੱਕ ਅਜਿਹੇ, ਮੇਰਾ ਇਹ ਸੁਪਨਾ ਵੀ ਜਿਹੜੇ ਸਾਡਾ ਸਰਵੇ ਹੁੰਦਾ, ਅਸੀਂ ਪਹਿਲੇ ਸ਼ਹਿਰਾਂ ਦੇ ਵਿੱਚ ਜਿਹੜਾ ਆਈਏ, ਕਿਉਂਕਿ ਇਹਦੇ 'ਚ ਇੱਕ ਜਗ੍ਹਾ ਤੇ ਤਾਂ ਅਸੀਂ ਪਹਿਲੇ ਸ਼ਹਿਰਾਂ ਦੇ ਵਿੱਚ ਆ ਚੁੱਕੇ ਹਾਂ ਜੀ। ਜਿਹੜੀ ਪਾਣੀ ਦੀ ਪਾਈਪਲਾਈਨ ਆ, ਪੂਰੇ ਦਾ ਪੂਰਾ 100% ਦਾ ਜਿਹੜਾ ਟੈਂਡਰ ਧੂਰੀ ਦੇ ਵਿੱਚ ਹੋ ਚੁੱਕਿਆ, 130 ਕਿਲੋਮੀਟਰ। ਇਹ ਚੁਣਿੰਦਾ ਸ਼ਹਿਰ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਕੰਮ ਹੋ ਚੁੱਕਿਆ। ਇਸ ਤੋਂ ਬਾਅਦ ਆਉਣ ਵਾਲੇ 6 ਮਹੀਨਿਆਂ ਦਾ ਸਾਡਾ ਟਾਰਗੇਟ ਆ ਵੀ ਜਿੰਨੀਆਂ ਵੀ ਗਲੀਆਂ ਰਹਿੰਦੀਆਂ ਨੇ, ਕੋਈ ਮਾੜੀਆਂ ਮੋਟੀਆਂ, ਕਿਉਂਕਿ ਸੀਵਰੇਜ ਕਰਕੇ ਜਾਂ ਵਾਟਰ ਸਪਲਾਈ ਕਰਕੇ, ਪਾਈਪਲਾਈਨ ਕਰਕੇ ਕਈ ਰਹਿੰਦੀਆਂ ਸੀਗੀਆਂ, ਤਾਂ ਉਹ ਵੀ ਮੁਕੰਮਲ ਹੋ ਜਾਣਗੀਆਂ। ਸੜਕਾਂ ਦਾ ਤੁਸੀਂ ਦੇਖ ਹੀ ਰਹੇ ਹੋ। ਤੇ ਬਾਕੀ ਇਹੀ ਆ ਕਿ ਸ਼ਹਿਰ ਵਾਲਿਆਂ ਨੂੰ ਇਹੀ ਮੇਰੀ ਬੇਨਤੀ ਆ ਕਿ ਸੂਏ ਦੇ ਵਿੱਚ ਜਿਹੜਾ ਗੰਦਗੀ ਨਾ ਸਿੱਟਣ ਤੇ ਆਲੇ ਦੁਆਲੇ ਜਿੱਥੇ ਵੀ ਮੁਹੱਲਿਆਂ ਦੇ ਵਿੱਚ ਆਪਾਂ ਰਹਿਣੇ ਆ, ਹਰ ਰੋਜ਼ ਇਹਨਾਂ ਕੋਲੇ ਇੱਕ ਬੰਦਾ ਇਹਨਾਂ ਤੋਂ ਕੂੜਾ ਲੈਣ ਆਉਂਦਾ, ਗਿੱਲਾ ਤੇ ਸੁੱਕਾ ਕੂੜਾ ਲੈਣ ਆਉਂਦੇ ਨੇ। ਹਰ ਇੱਕ ਮੁਹੱਲੇ ਨੂੰ ਅਲੱਗ ਇੱਕ ਵਹੀਕਲ ਦੇ ਰੱਖਿਆ ਅਸੀਂ ਨੇ। ਤਾਂ ਜੇ ਗੰਦਗੀ ਆਪਾਂ ਸਾਰੇ ਕੰਟਰੋਲ ਕਰਾਂਗੇ ਤਾਂ ਹੀ ਆਪਣਾ ਜਿਹੜਾ ਸ਼ਹਿਰ ਆ ਉਹ ਸੁੰਦਰ ਬਣ ਸਕਦਾ ਤੇ ਵਧੀਆ ਦਿੱਖ ਜਿਹੜੀ ਹੈਗੀ ਆ ਸਾਡੇ ਸ਼ਹਿਰ ਦੀ ਉਹ ਰਹੂਗੀ ਜੀ। इसके चलते महावीर मंदिर के नजदीक शहर के बीच में गुजरने वाले रजवाहे पर दोनों साइडों की पट्टी को पक्का करने का नींव पत्थर रखा गया। उन्होंने कहा कि हमने जो शहर निवासियों से वायदा किया था वो अब पूरा होने वाला है। पीने वाले पानी की 130 किलोमीटर पाइपलाइन बिछा दी गई है। अब धुरी शहर चुनिंदा शहरों में शामिल हो गया है। उन्होंने कहा संगरूर बाईपास से लेकर महावीर मंदिर तक रजवाहे के किनारों को पक्का किया जाएगा। इसकी पटरी पर दोनों साइड में इंटरलॉक टाइलों लगाई दी जाएंगी और ये एक सैरगाह बन जाएगी। लाइटों और बैठने के लिए बेंच भी लगाए जाएंगे। इस मौके पर श्री मोहित शर्मा,
ईओ नगर काउंसिल धुरी श्री नरेश मंगी, श्री सुरेश बंसल, श्री दर्शन कुमार दर्शी, पूर्व एमसी नगर काउंसिल धुरी श्री पुष्पेंद्र शर्मा एवं अन्य व्यक्तिगण हाजिर हुए थे। धुरी पंजाब से नरेश अत्री और सुरेंद्र गर्ग की टीम, TV1 इंडिया न्यूज।